ਹੈਲੋ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਟੈਨਿਸ ਡਿਸ਼ਸ ਤੇ। ਅੱਜ ਮੈਂ ਤੁਹਾਡੇ ਲਈ ਇੱਕ ਥੋੜਾ ਜਿਹਾ ਤਿੱਖਾ ਰੈਸਿਪੀ ਲੈ ਕੇ ਆਈ ਹਾਂ ਜੋ ਕਿ ਹੈ ਚਿਲੀ ਚਿਕਨ। ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਸਾਰਾ ਕੁਝ ਤਿਆਰ ਆ ਤੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਤੇ ਮੈਂ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਕੀ ਚਾਹੀਦਾ ਉਹਦੇ ਲਈ। ਆਪਾਂ ਨੂੰ 800 ਗ੍ਰਾਮ ਚਿਕਨ ਬ੍ਰੈਸਟ, ਇੱਕ ਹਰੀ ਤੇ ਇੱਕ ਪੀਲੀ ਸ਼ਿਮਲਾ ਮਿਰਚ, 5 ਲਸਣ ਦੀਆਂ ਗੱਠੀਆਂ ਤੇ 3 ਪਿਆਜ਼ ਚਾਹੀਦੇ ਨੇ। ਇਸ ਤੋਂ ਇਲਾਵਾ ਆਪਾਂ ਨੂੰ 2 ਤੋਂ 3 ਟੇਬਲਸਪੂਨ ਸੋਇਆ ਸੌਸ, 5 ਟੇਬਲਸਪੂਨ ਟੋਮੈਟੋ ਸੌਸ, 2 ਟੇਬਲਸਪੂਨ ਚਿਲੀ ਸੌਸ ਚਾਹੀਦੇ ਨੇ ਜਿਸ ਨੂੰ ਮੈਂ ਆਲਰੇਡੀ ਮਿਕਸ ਕਰ ਚੁੱਕੀ। ਮਸਾਲਿਆਂ ਦੇ ਵਿੱਚ ਆਪਾਂ ਲਾਲ ਮਿਰਚ, ਖੰਡ, ਕਾਲੀ ਮਿਰਚ, ਨੂਣ, ਸਿਰਕਾ ਤੇ ਥੋੜਾ ਕੌਰਨਫਲਾਵਰ ਯੂਜ਼ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਚਿਕਨ ਨੂੰ ਮੈਰੀਨੇਟ ਕਰਨਾ। ਉਸ ਦੇ ਲਈ ਆਪਾਂ 1 ਚਮਚ ਤੋਂ ਥੋੜਾ ਘੱਟ ਨੂਣ, ਅੱਧਾ ਚਮਚ ਕਾਲੀ ਮਿਰਚ, ਥੋੜੀ ਲਾਲ ਮਿਰਚ ਬੋਲ ਵਿੱਚ ਪਾਉਣਾ। ਇਸ ਤੋਂ ਬਾਅਦ ਆਪਾਂ ਚਿਲੀ ਸੌਸ ਤੇ ਟੋਮੈਟੋ ਸੌਸ ਨੂੰ ਮਿਕਸ ਕਰਕੇ 2 ਚਮਚੇ ਐਡ ਕਰਨੇ ਨੇ ਤੇ ਥੋੜਾ ਜਿਹਾ ਸਿਰਕਾ ਵੀ। ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਆਲਰੇਡੀ 3 ਲਸਣ ਦੀਆਂ ਗੱਠੀਆਂ ਕੁੱਟ ਲੀਆਂ ਤੇ ਹੁਣ ਵਿੱਚ ਐਡ ਕਰਕੇ ਇਸ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਜਦ ਸਭ ਕੁਝ ਚੰਗੀ ਤਰ੍ਹਾਂ ਮਿਕਸ ਹੋ ਗਿਆ ਤਾਂ ਆਪਾਂ ਚਿਕਨ ਨੂੰ ਐਟਲੀਸਟ ਅੱਧੇ ਘੰਟੇ ਲਈ ਫ੍ਰਿਜ ਵਿੱਚ ਰੱਖ ਦੇਣਾ। ਇੰਨੇ ਟਾਈਮ ਵਿੱਚ ਆਪਾਂ ਸ਼ਿਮਲਾ ਮਿਰਚ ਮਤਲਬ ਕੈਪਸਿਕਮ ਨੂੰ ਕੱਟ ਲੈਣਾ ਤੇ ਪਿਆਜ਼ ਨੂੰ ਵੀ। ਦੋਨੇ ਚੀਜ਼ਾਂ ਨੂੰ ਆਪਾਂ ਥੋੜੇ ਵੱਡੇ ਪੀਸ ਵਿੱਚ ਕੱਟਣੇ ਆ, ਜ਼ਿਆਦਾ ਛੋਟੇ ਨਹੀਂ। ਜਦ ਤੁਸੀਂ ਪਿਆਜ਼ ਨੂੰ ਕੱਟੋਗੇ ਉਦੋਂ ਮੂੰਹ ਰਾਹੀਂ ਸਾਹ ਲਿਓ ਤਾਂ ਕਿ ਅੱਖਾਂ 'ਚੋਂ ਪਾਣੀ ਨਾ ਆਵੇ। ਪਿਆਜ਼ ਵਿੱਚ ਆਪਾਂ 1.5 ਪਿਆਜ਼ ਨੂੰ ਵੱਡਾ ਕੱਟਣਾ ਜਿਵੇਂ ਆਪਾਂ ਸ਼ਿਮਲਾ ਮਿਰਚ ਕੱਟੀ ਸੀਗੀ ਤੇ ਬਾਕੀ ਦੇ ਪਿਆਜ਼ ਨੂੰ ਆਪਾਂ ਛੋਟਾ ਕੱਟਣਾ। ਜੋ ਲਸਣ ਦੀਆਂ ਗੱਠੀਆਂ ਬਚ ਗਈਆਂ ਉਹਨਾਂ ਨੂੰ ਵੀ ਆਪਾਂ ਛੋਟੇ ਕੱਟਣੇ ਆ। ਹੁਣ ਆਪਾਂ ਇੱਕ ਬੋਲ ਵਿੱਚ ਸੋਇਆ ਸੌਸ ਪਾਵਾਂਗੇ ਤੇ ਬਾਕੀ ਦੀ ਚਟਨੀ ਦੀ ਮਿਕਸਚਰ ਵੀ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ 1 ਟੀਸਪੂਨ ਕੌਰਨਫਲਾਵਰ ਤੇ ਥੋੜਾ ਜਿਹਾ ਸਿਰਕਾ ਵਿੱਚ ਪਾਉਣਾ ਤੇ ਚੰਗੀ ਤਰ੍ਹਾਂ ਮਿਕਸ ਕਰਨਾ। ਮਿਕਸ ਕਰਦੇ ਹੋਏ ਆਪਾਂ 1 ਕੱਪ ਤੋਂ ਥੋੜਾ ਘੱਟ ਗਰਮ ਪਾਣੀ ਵਿੱਚ ਪਾਉਣਾ। ਧਿਆਨ ਰੱਖਿਓ ਕਿ ਪਾਣੀ ਗਰਮ ਹੋਣਾ ਚਾਹੀਦਾ, ਠੰਡਾ ਨਹੀਂ ਆਪਾਂ ਵਿੱਚ ਪਾਉਣਾ। ਜਦ ਸੌਸ ਚੰਗੀ ਤਰ੍ਹਾਂ ਮਿਕਸ ਹੋ ਗਈ ਤਾਂ ਆਪਾਂ 2 ਚੁਟਕੀਆਂ ਖੰਡ ਦੀਆਂ ਵਿੱਚ ਪਾਉਣੀਆਂ ਨੇ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਨਾ। ਹੁਣ ਆਪਾਂ ਇੱਕ ਫਰਾਈ ਪੈਨ ਵਿੱਚ ਥੋੜਾ ਤੇਲ ਪਾ ਕੇ ਚਿਕਨ ਨੂੰ ਤੜਕਣਾ। ਜਦੋਂ ਚਿਕਨ ਰੈਡੀ ਹੋ ਗਿਆ ਆਪਾਂ ਇੱਕ ਕੜਾਹੀ 'ਚ ਥੋੜਾ ਤੇਲ ਪਾ ਕੇ ਪਿਆਜ਼ ਤੇ ਲਸਣ ਨੂੰ ਤੜਕਣਾ। ਵਿੱਚ ਥੋੜਾ ਲੂਣ ਵੀ ਪਾ ਸਕਦੇ ਹੋ ਤਾਂ ਕਿ ਪਿਆਜ਼ ਜਲਦੀ ਤੜਕਿਆ ਜਾਵੇ। ਹੁਣ ਆਪਾਂ ਇਸ 'ਚ ਥੋੜੀ ਕਾਲੀ ਮਿਰਚ ਵੀ ਪਾਉਣੀ ਆ ਤੇ ਜੇ ਤੁਹਾਡਾ ਮਨ ਆ ਤਾਂ ਤੁਸੀਂ ਸਵਾਦ ਅਨੁਸਾਰ ਥੋੜੀ ਲਾਲ ਮਿਰਚ ਜਾਂ ਹਰੀ ਮਿਰਚ ਵੀ ਪਾ ਸਕਦੇ ਹੋ। ਧਿਆਨ ਵਿੱਚ ਰੱਖਿਓ ਕਿ ਸੌਸ ਤੇ ਚਿਕਨ ਵਿੱਚ ਵੀ ਆਲਰੇਡੀ ਲੂਣ ਮਿਰਚ ਹੈਗਾ। ਇਸ ਤੋਂ ਬਾਅਦ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਪਾ ਕੇ ਇਹੀ ਕੜਾਹੀ ਵਿੱਚ ਸ਼ਿਮਲਾ ਮਿਰਚ ਮਤਲਬ ਕੈਪਸਿਕਮ ਤੇ ਪਿਆਜ਼ ਨੂੰ ਥੋੜਾ ਤੜਕਣਾ, ਪਰ ਜ਼ਿਆਦਾ ਨਹੀਂ ਆਪਾਂ ਇਸ ਨੂੰ ਤੜਕਣਾ ਤਾਂ ਕਿ ਥੋੜਾ ਕਰੰਚ ਰਹਿ ਜਾਵੇ। ਇੱਥੇ ਵੀ ਆਪਾਂ 1 ਚੁਟਕੀ ਨੂਣ ਦੇ ਵਿੱਚ ਪਾਵਾਂਗੇ। ਜਦ ਪਿਆਜ਼ ਤੇ ਕੈਪਸਿਕਮ ਥੋੜੇ ਗਲੋਸੀ ਹੋ ਗਏ ਮਤਲਬ ਥੋੜੀ ਚਮਕ ਆ ਗਈ ਤੇ ਆਪਾਂ ਥੋੜਾ ਪਾਣੀ ਵਿੱਚ ਪਾ ਕੇ ਤੇ ਬਾਕੀ ਪਿਆਜ਼ ਇਹਨੂੰ ਮਿਡਲ ਫਲੇਮ ਤੇ ਰੱਖਣਾ। ਸਵਾਦ ਅਨੁਸਾਰ ਤੁਸੀਂ ਇੱਥੇ ਥੋੜਾ ਨੂਣ ਵੀ ਪਾ ਸਕਦੇ ਹੋ। ਪੰਜ ਮਿੰਟ ਬਾਅਦ ਆਪਣੀ ਸਬਜ਼ੀ ਤਿਆਰ ਹੋ ਗਈ ਤੇ ਆਪਾਂ ਹੁਣ ਸੌਸ ਤੇ ਬਾਕੀ ਦੇ ਪਾਣੀ ਨੂੰ ਵਿੱਚ ਪਾ ਦੇਣਾ। ਜੋ ਆਪਾਂ ਸੌਸ ਵਿੱਚ ਕੌਰਨਫਲਾਵਰ ਪਾਇਆ ਸੀਗਾ ਉਹਦੇ ਨਾਲ ਆਪਣੀ ਗ੍ਰੇਵੀ ਦੀ ਕੰਸਿਸਟੈਂਸੀ ਵਧੀਆ ਬਣੂਗੀ।
ਹੁਣ ਆਪਾਂ ਇਸ ਵਿੱਚ ਚਿਕਨ ਨੂੰ ਵੀ ਐਡ ਕਰਨਾ ਤੇ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰਨਾ। ਜੇ ਮਿਕਸ ਕਰਨ ਤੋਂ ਬਾਅਦ ਤੁਹਾਡੀ ਗ੍ਰੇਵੀ ਥੋੜੀ ਜਿਹੀ ਪਤਲੀ ਹੋਈ, ਮਤਲਬ ਪਾਣੀ ਵਰਗੀ ਹੋਈ, ਤਾਂ ਤੁਸੀਂ ਇਹਦੇ ਵਿੱਚ 1 ਚਮਚ ਕੌਰਨਫਲਾਵਰ ਦਾ ਹੋਰ ਵਿੱਚ ਪਾ ਸਕਦੇ ਹੋ। ਇਹ ਸਭ ਨੂੰ ਹੁਣ 5 ਮਿੰਟ ਲੋ ਫਲੇਮ ਤੇ ਰੱਜਣ ਦੇ ਦੇਣਾ ਤੇ ਆਪਣਾ ਚਿਲੀ ਚਿਕਨ ਸਰਵ ਕਰਨ ਲਈ ਰੈਡੀ ਹੋ ਗਿਆ। ਚਲੋ ਜੀ, ਮੇਰਾ ਚਿਲੀ ਚਿਕਨ ਬਣ ਕੇ ਤਿਆਰ ਹੋ ਗਿਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ, ਦੇਖਣ ਨੂੰ ਬਹੁਤ ਜ਼ਿਆਦਾ ਸਵਾਦ ਲੱਗਦਾ। ਖਾਸ ਕਰ ਇਹ ਥੋੜਾ ਜਿਹਾ ਹੋਟਲ ਵਰਗਾ ਵੀ ਲੱਗਦਾ ਹੈ ਨਾ। ਜੇ ਤੁਹਾਨੂੰ ਮੇਰੀ ਰੈਸਿਪੀ ਪਸੰਦ ਆਈ ਆ ਤਾਂ ਮੈਨੂੰ ਥੰਬਸ ਅਪ ਦਿਓ। ਨਵੇਂ ਰੈਸਿਪੀ ਦੇ ਆਈਡੀਆਜ਼ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਤੇ ਸਬਸਕ੍ਰਾਈਬ ਮੈਨੂੰ ਰਾਈਟ ਸਾਈਡ ਤੇ ਕਰ ਸਕਦੇ ਹੋ। ਓਕੇ ਜੀ, ਬਾਏ।